ਨੈਸ਼ਨਲ ਮੂਵਮੈਂਟ 1905 ਤੋਂ 1918 ਦੇ ਵਿਚਕਾਰਲੇ ਅਸੀਂ ਜਿਹੜੇ ਕੁਐਸਚਨਸ ਕੱਲ ਸ਼ੁਰੂ ਕੀਤੇ ਸੀਗੇ। तो ये ਜਿਹੜੇ ਅਸੀਂ ਸਾਰੇ ਜਿਹੜੇ ਕੁਐਸਚਨਸ ਕਰਵਾ ਰਹੇ ਹਾਂ ਇਹ ਤੁਹਾਡੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਨੇ, ਜਿਸ ਤਰ੍ਹਾਂ ਆਪਣਾ यूपीएससी हो गया, पीपीएससी आईएएस हो गया, पीसीएस हो गया, ਉਸ ਤੋਂ ਬਾਅਦ ਤੁਹਾਡਾ ਬੈਂਕਿੰਗ ਸੈਕਟਰ ਹੈ ਜਾਂ ਤੁਹਾਡੇ एसएससी है, PSSB है, ਕਿਸੇ ਤਰ੍ਹਾਂ ਦਾ ਵੀ ਕੋਈ ਵੀ ਐਗਜ਼ਾਮ ਹੈ ਉਹਨਾਂ ਦੇ ਵਿੱਚ ਇਹ ਸਾਰੇ ਯੂਸਫੁਲ ਨੇ। ਅਸੀਂ ਲੋਐਸਟ ਡਿਫਿਕਲਟੀ ਲੈਵਲ ਤੋਂ ਲੈ ਕੇ ਹਾਈਐਸਟ ਡਿਫਿਕਲਟੀ ਲੈਵਲ ਦਾ ਕੁਐਸਚਨ ਵੀ ਅਟੈਂਪਟ ਕਰਾ ਰਹੇ ਹਾਂ। ਤੁਸੀਂ ਇਹ ਸਾਰੀਆਂ ਵੀਡੀਓਜ਼ ਨੂੰ ਐਂਡ ਤੱਕ ਦੇਖੋ ਤੇ ਇਹਨਾਂ ਦੇ ਕਮੈਂਟ ਕਰੋ, ਸ਼ੇਅਰ ਕਰੋ, ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। तो जो पिछले ਲੈਕਚਰ ਦੇ ਵਿੱਚ ਅਸੀਂ ਲਾਸਟ ਕੁਐਸਚਨ ਪਿਕਅਪ ਕੀਤਾ ਸੀਗਾ ਉਹ 55th ਸੀਗਾ। तो ਅੱਜ ਮੈਂ 56 ਕੁਐਸਚਨ ਤੋਂ ਸਟਾਰਟ ਕਰੂੰਗਾ। which of the following was not one of the factors? not ਹੈ ਕਿਹੜਾ ਹੇਠ ਲਿਖਿਆਂ ਚੋਂ ਇੱਕ ਫੈਕਟਰ ਨਹੀਂ ਸੀਗਾ। ਬਾਕੀ ਕੁਐਸਚਨ ਦਾ ਹਿੱਸਾ ਜਿਹੜਾ ਸਾਡੇ ਕੋਲ ਨੈਕਸਟ ਉਹਦੇ ਤੇ ਹੈ responsible for widespread extremism। ਵਾਈਡ ਸਪਰੈਡ ਐਕਸਟ੍ਰੀਮਿਜ਼ਮ ਦੇ ਲਈ ਕਿਹੜਾ ਜਿਹੜਾ ਸੀਗਾ ਸਟੈਪ ਉਹ ਕਿਹੜਾ ਫੈਕਟਰ ਰਿਸਪੌਂਸਿਬਲ ਨਹੀਂ ਸੀਗਾ। ਤੋਂ ਇੱਕ ਜਿਹੜਾ ਦੇਖੋ 1996-97 ਚ ਸੋਕਾ ਪਿਆ, ਬਿਲਕੁਲ ਸਹੀ ਗੱਲ ਹੈ। 99 ਤੋਂ ਲੈ ਕੇ 1901 ਦੇ ਵਿੱਚ ਪਲੇਗ ਬੜੀ ਫੈਲੀ, ਪੰਜਾਬ ਦੇ ਵਿੱਚ ਵੀ ਇਹ ਪਲੇਗ ਜਿਹੜੀ ਆ ਗਈ ਸੀ। ਤੋਂ ਇਹਦੇ ਬਾਰੇ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ। ਤੋਂ ਇਸ ਵੇਲੇ ਜਿਹੜੇ ਸਾਡੇ ਗਵਰਨਰ ਜਨਰਲ ਸੀਗੇ ਐਲਗਿਨ ਸੀਗੇ, ਐਲਗਿਨ ਦੇ ਵੇਲੇ ਬੜਾ ਸਵੀਅਰ ਸੋਕਾ ਪਿਆ, ਪਲੇਗ ਆ ਗਈ ਕੰਟਰੀ ਦੇ ਵਿੱਚ ਤੇ ਬੜੀਆਂ ਡੈਥਸ ਹੋਈਆਂ ਐਂਡ ਟੁਕ ਏ ਵੈਰੀ ਹੈਵੀ ਟੋਲ ਆਫ ਲਾਈਫ ਐਂਡ ਦ ਪੀਪਲ ਐਟਰੀਬਿਊਟਡ ਦ ਫਿਨੋਮੇਨਾ ਆਫ ਐਵਰ ਰੈਕਰਿੰਗ ਫੈਮਿਨਸ ਟੂ ਐਂਟੀ ਨੈਸ਼ਨਲ ਇਕਨੋਮਿਕ ਪਾਲਿਸੀ। तो ਇਹ ਉਹਨਾਂ ਨੇ ਇੱਕ ਰੀਜ਼ਨ ਪਿਕਅਪ ਕਰ ਲਿਆ, ਮਤਲਬ ਕਿ ਇਹ ਜਿਹੜਾ ਫੈਕਟਰ ਸੀਗਾ ਐਂਟੀ ਨੈਸ਼ਨਲ ਉਹਦੇ ਪਾਲਿਸੀ ਦੇ ਨਾਲ ਕੰਬਾਈਨ ਕਰ ਗਿਆ। The anti-Indian and imperialist policy of Lord Curzon, such as Calcutta Corporation Act, Official Secrets Act, ਇਹ ਹੁੰਦਾ ਕਿ ਚੱਲਦਾ ਹੈ, the Indian University Act, ਇਹ ਵੀ ਉਹੀ ਚੱਲਦਾ ਹੈ with some modification, the partition of Bengal। ਇਹਨਾਂ ਨੇ ਵੀ ਦੇਖੋ ਮੋਡਰੇਟਸ ਦੀ ਫੇਲਿਅਰ ਨੂੰ ਸਰਕਾਰ ਦੇ ਖਿਲਾਫ ਤੇ ਮੋਡਰੇਟਸ ਦੇ ਜਿਹੜੇ ਮੈਂਡੀਕੈਂਸੀ ਵਾਲੇ ਮੈਥਡ ਸੀਗੇ ਆਪਣੇ PPP ਵਾਲੇ ਜਾਂ 4P ਵੀ ਕਹਿ ਦਿੰਦੇ ਆ ਉਹਨੂੰ, ਪ੍ਰੇਅਰ ਪਟੀਸ਼ਨ ਪ੍ਰੋਟੈਸਟ ਜਿਹੜਾ ਸੀਗਾ, ਤੇ the constant economic drain on the resources of the country on account of global expansion of the British Empire, ਇਹ ਰੀਜ਼ਨ ਹੈ ਨਹੀਂ ਸੀਗਾ ਹੁਣ ਤੱਕ ਦੇ ਸਾਰਿਆਂ 'ਚ। The Indian nationalists gained more confidence due inspiration from Abyssinian repulsion of Italian army। ਇਥੋਪੀਆ ਨੇ ਇਟਲੀ ਦੀ ਫੌਜ ਹਰਾਤੀ। ਜਾਪਾਨ ਇੱਕ ਏਸ਼ੀਅਨ ਕੰਟਰੀ ਹੈ। ਜਾਪਾਨ ਸਾਡੇ ਕੋਲੇ ਇੱਕ ਏਸ਼ੀਅਨ ਦੇਸ਼ ਹੈ। ਜਾਪਾਨ ਨੇ ਰਸ਼ੀਆ ਯੂਰਪੀਅਨ ਹੈ, ਯੂਰੋ ਏਸ਼ੀਆ 'ਚ ਵੈਸੇ ਤਾਂ ਆਉਂਦਾ ਥੋੜਾ ਜਿਹਾ ਪਾਰਟ ਦਾ ਏਸ਼ੀਆ ਤੇ ਉੱਤੇ ਆ, ਕਾਫੀ ਪਾਰਟ ਏਸ਼ੀਆ ਤੇ ਆ, ਪਰ ਉਦੋਂ ਅਸੀਂ ਇਹਨੂੰ ਜਿਹੜਾ ਸੀਗਾ ਯੂਰਪੀਅਨ ਮੰਨਦੇ ਸੀ। ਏਸ਼ੀਅਨ ਦੇਸ਼ ਦੀ ਵਿਕਟਰੀ ਸੀ ਜਿਹੜੀ, ਇਹਨੇ ਵੀ ਪੋਜ਼ਿਟਿਵ ਫੈਕਟਰ ਰਹੇ ਆ ਜੀ। ਸੀ ਇਹਦੀ ਜਿਹੜੀ ਸਾਡੇ ਕੋਲੇ ਆਪਸ਼ਨ ਹੈ। ਅਗਲਾ ਸਾਡੇ ਕੋਲੇ ਕੁਐਸਚਨ ਆ ਗਿਆ, ਦ ਲਾਰਜ ਸਕੇਲ ਐਕਸਪ੍ਰੈਸ਼ਨ ਆਫ ਮਿਲੀਟੈਂਟ ਨੈਸ਼ਨਲਿਜ਼ਮ ਫॉर द फर्स्ट टाइम वाज अगेंस्ट। ਦੇਖੋ ਮਿਲੀਟੈਂਟ ਨੈਸ਼ਨਲਿਜ਼ਮ ਜਿਹੜੇ ਗਰਮ ਦਲੀਆਂ ਦਾ ਨੈਸ਼ਨਲਿਜ਼ਮ ਜਿਹੜਾ ਸੀਗਾ ਉਹ ਫਸਟ ਟਾਈਮ ਬੜੇ ਵੱਡੇ ਸਕੇਲ ਦੇ ਉੱਤੇ ਕਦੋਂ ਆਇਆ? ਸੈਡੀਸ਼ੀਅਸ ਮੀਟਿੰਗ ਐਕਟ 1907, ਪਾਰਟੀਸ਼ਨ ਆਫ ਬੰਗਾਲ 1905, ਇੰਡੀਅਨ ਕਾਉਂਸਲ ਐਕਟ 1892, ਆਫੀਸ਼ੀਅਲ ਸੀਕ੍ਰੇਟਸ ਐਕਟ 1904। ਬਹੁਤ ਸੌਖਾ ਕੁਐਸਚਨ ਹੈ, ਦੱਸੋ ਜੀ ਇਹਦਾ ਕੀ ਆਨਸਰ ਹੈ। ਮਤਲਬ ਕਿ ਇਹ ਜਿਵੇਂ ਸਾਡੇ ਕੋਲ ਐਗਜ਼ਾਮਸ ਆਉਂਦੇ ਨੇ ਨਾ, ਬਿਲਕੁਲ SI ਦਾ ਐਗਜ਼ਾਮ ਆ ਗਿਆ, ਮਤਲਬ ਕਿ ਜਿਵੇਂ ਆਪਣੇ ਕੋਲ ਕਲੈਰੀਕਲ ਐਗਜ਼ਾਮ SI ਦਾ ਐਗਜ਼ਾਮ ਆ ਗਿਆ, ਜਾਂ ਸਾਡੇ ਕੋਲ PSSB ਦਾ ਕੋਈ ਐਗਜ਼ਾਮ ਆ ਗਿਆ, ਮਤਲਬ ਕਿ ਨਾਨ PCS ਤੇ ਨਾਨ IAS ਐਗਜ਼ਾਮਸ ਦੇ ਵਿੱਚ ਜਾਂ ਬੈਂਕਿੰਗ ਦਾ ਕੁਐਸਚਨ ਆ ਗਿਆ, ਉਹਦੇ 'ਚ ਇਹੋ ਜਿਹੇ ਟਾਈਪ ਦਾ ਕੁਐਸਚਨ ਆਮ ਤੌਰ ਤੇ ਆਉਂਦੇ ਆ। ਦ ਲਾਰਜ ਸਕੇਲ ਐਕਸਪੈਂਸ਼ਨ ਤੋਂ ਇਹ ਪਾਰਟੀਸ਼ਨ ਆਫ ਬੰਗਾਲ ਹੈ ਨਾ ਜਿਹੜਾ, ਇਹਦੇ ਖਿਲਾਫ ਮੂਵਮੈਂਟ ਸਟਾਰਟ ਹੋਈ ਸੀ। ਇਹਦੇ 'ਚ ਮਿਲੀਟੈਂਟ ਨੈਸ਼ਨਲਿਸਟ ਨੇ ਪਾਰਟੀਸਿਪੇਟ ਕੀਤਾ ਸੀ, ਮੋਡਰੇਟਸ ਤਾਂ ਇਹਦੇ ਖਿਲਾਫ ਕੰਮ ਕਰ ਰਹੇ ਸੀ। ਯਾਦ ਰੱਖੋ ਅੰਗਰੇਜ਼ ਬੜੇ ਸਿਆਣੇ ਸੀਗੇ, ਉਹਨਾਂ ਨੇ ਕੀ ਕੀਤਾ, ਅੰਗਰੇਜ਼ਾਂ ਨੇ ਮੋਡਰੇਟਸ ਨੂੰ ਸਟਰੈਂਥਨ ਕਰਨ ਦੇ ਲਈ ਉਸ ਵੇਲੇ ਮਿੰਟੋ ਸੀਗੇ ਜਿਹੜੇ ਚੇਅਰਮੈਨ ਸੀਗੇ, ਸੌਰੀ ਮੋਰਲੇ ਮਿੰਟੋ। 1905 ਦੇ ਵਿੱਚ ਜਿਹੜੇ ਮਿਲੀਟੈਂਟ ਕਾਂਗਰਸ ਦੇ ਬੰਦੇ ਸੀ, ਮਿਲੀਟੈਂਟ ਤਾਂ ਜਿਹੜੇ ਸੀਗੇ ਉਹਨਾਂ ਨੇ ਗਰਮ ਦਲੀਏ ਜਿਹਨਾਂ ਆਪਾਂ ਕਹਿ ਦਈਏ, ਮਿਲੀਟੈਂਟ ਤਾਂ ਪਾਰਟੀਸ਼ਨ ਆਫ ਬੰਗਾਲ ਦੀ ਐਜੂਕੇਸ਼ਨ 'ਚ ਪਾਰਟੀਸਿਪੇਟ ਕਰਨ ਲੱਗੇ। ਜਿਹੜੇ ਇਹਨਾਂ ਦੇ ਵਿੱਚੋਂ ਮੋਡਰੇਟ ਸੀਗੇ, ਮੋਡਰੇਟ ਸਰਕਾਰ ਨਾਲ ਜੁੜੇ ਹੋਏ ਸੀ, ਮੋਡਰੇਟ ਮਿਲੀਟੈਂਟਸ ਦੇ ਮੈਥਡ ਨੂੰ ਅਪਰੂਵ ਨਹੀਂ ਸੀ ਕਰਦੇ। ਤਾਂ ਐਜ਼ ਅ ਰਿਜ਼ਲਟ ਕੀ ਹੋਇਆ ਕਿ ਸਰਕਾਰ ਨੇ ਮੋਡਰੇਟਸ ਦੇ ਹੱਥ ਸਟਰੋਂਗ ਕਰਨ ਦੇ ਲਈ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਸਾਨੂੰ ਰਿਫਾਰਮ ਦਾ ਡਰਾਫਟ ਬਣਾਓ, ਤੇ ਉਹ ਡਰਾਫਟ ਜਿਹੜਾ ਸੀਗਾ ਗੋਪਾਲ ਕ੍ਰਿਸ਼ਨ ਗੋਖਲੇ ਨੇ ਬਣਾਇਆ ਸੀ। ਗੋਪਾਲ
कृष्ण गोखले, इन्होंने वो ड्राफ्ट तैयार किया सी। तो नैक्सट क्वेश्चन साडे कोले आ गया है 58। What was the real objective of partition of Bengal? Partition of Bengal ਦਾ असली ऑब्जेक्टिव साडे कोले की सीगा? What was the real objective of partition of Bengal? तो ये साडे कोले क्रिएट ए डिवीजन अमंग द रैंक्स ऑफ इंडियन नेशनलिस्ट दे रैंक्स दे विचकार जिहड़ी हैगी है डिवीजन कर दो। एक तो यह सीगा। उस तो बाद स्टॉप द टाइड ऑफ नैशनलिज्म, जो साडे कोले नैशनलिज्म की टाइड बंगाल दे विच आई हुई है, इनू रोकिया जाए। बिल्ड ए सैपरेट एडमिनिस्ट्रेटिव यूनिट फॉर बैटर एफिशिएंसी ऑफ एडमिनिस्ट्रेशन, अंग्रेज वैसे ये दसदे सीगे। अपीज द लार्ज मेजॉरिटी ऑफ मुस्लिम, असली ऑब्जेक्टिव उन्हों का यह सीगा कि बंगाल दे विच नैशनलिज्म सी जिहड़ा ये बहुत वध रहा सी। तो इस करके उन्होंने वन मुस्लिम डोमिनेटेड एरिया अदर हिंदू डोमिनेटेड एरिया जिहड़ा उन्होंने क्रिएट किया, तो यह सी कि नैशनलिज्म की जिहड़ी टाइड है उन्होंने स्टॉप करना चाहते सी, रोकना चाहते सी। तो दिस वॉज वन ऑफ द बेस्ट आंसर्स। दिस इज आल्सो नियरली करैक्ट बट नॉट द बेस्ट आंसर। दिस वॉज द आह जिहड़ी चीज सी ये कहंदे सीगे ओह आप भी साडा जिहड़ा ऑब्जेक्टिव है, जिथों तक वो कहंदे सी कि साडा जिहड़ा ऑब्जेक्टिव है वह एफिशिएंसी इन एडमिनिस्ट्रेशन है। तो यह ऑब्जेक्टिव अंग्रेज आप दसदे सी। आ जिहड़ा कुछ आ गलत है, ये अंग्रेज दसदे सी। आ कंपैरेटिवली ठीक है बट दिस इज द बेस्ट आंसर। जिहड़ा आह सीगा डिवीजन अमंग द रैंक्स ऑफ इंडियन नैशनलिज्म, ये मीनस सीगा ते एंड की सीगा कि जिहड़ी बंगाल दे विच नैशनलिज्म की टाइड है इहनू वंडिया किवें जावे। अगला क्वेश्चन, द पोलिटिकल वैपन यूज्ड बाय द मॉडरेट नैशनलिस्ट टू एक्सर्ट प्रेशर अपॉन द गवर्नमेंट अगेंस्ट पार्टीशन ऑफ बंगाल। बंगाल की पार्टीशन के खिलाफ जिहड़ा पोलिटिकल वैपन इस्तेमाल किया गया मॉडरेट्स के द्वारा वो की सीगा? द पोलिटिकल वैपन यूज्ड बाय द मॉडरेट नैशनलिस्ट टू एक्सर्ट प्रेशर अपॉन द गवर्नमेंट अगेंस्ट द पार्टीशन ऑफ बंगाल। उन्होंने की किया मॉडरेट्स ने? देखो मॉडरेट्स ने पार्टिसिपेट तो किया नहीं उहदे च। तो मॉडरेट्स ने नॉन कोऑपरेशन मूवमेंट तो बाद शुरू हुई है, 1921 के शुरू हुई है। सत्याग्रह महात्मा गांधी जी का कॉन्सैप्ट है। महात्मा गांधी जी तो सीन के वर्ल्ड वार टू के वेले आउणगे, 1918 के पोलिटिकली एक्टिव होणगे। स्वदेशी एंड बॉयकॉट एंड सिविल डिसोबीडियंस। सिविल डिसोबीडियंस भी नाफरमानी लहर है जी बाद 1931 के कोल दी हुई तुसीं लगा लो, उदों यह टर्म फेमस सी स्वदेशी एंड बॉयकॉट। बॉयकॉट ऑफ एजुकेशन इंस्टीट्यूशंस ते स्वदेशी ये बड़े सक्सेसफुल सीगे। अगे साडे कोले आ गया 60th क्वेश्चन, फाइंड आउट द रॉन्गली स्टेटेड आफ्टर इफेक्ट ऑफ स्वदेशी मूवमेंट। ए मार्केट फॉर इंडियन गुड्स इन अब्रॉड वॉज बिल्ट। रॉन्गली स्टेटेड जिहड़ा एक्चुअल है नहीं गा। तो नैशनलिस्ट पोइट्री प्रोज एंड जर्नलिज्म फ्लरिश्ड, ये तो सीगा। उस तो बाद साडे कोले इंडियन इंडस्ट्री वॉज गिवन ए फिलिप, यह भी सीगा, उन्होंने सेल वध गई इंडियन इंडस्ट्री की। इंडियन एजुकेशनल इंस्टीट्यूशंस वर सेट अप टू इंपार्ट लिटरेरी टैक्निकल एंड फिजिकल एजुकेशन, यह भी ठीक है। हाँ जी, तो दोस्तों फिर केड़ा आंसर है जी ਇਹਦਾ? वैभव हाँ यही आंसर बच जाता। तुसीं नैशनलिज्म को थोड़ा रिवाइज कर लो, तो यह बड़ी इंटरेस्टिंग तो सौखी है तो पेइंग है। पार्टीशन ऑफ बंगाल वॉज सबसीक्वेंटली अनुल्ड बाय, जी पार्टीशन ऑफ बंगाल है इन्हों डिलीट किने किया सी? तो पार्टीशन ऑफ बंगाल है जी फर्स्ट ऑप्शन ए प्रोक्लेमेशन ऑफ द किंग, ए प्रोक्लेमेशन ऑफ द किंग एट द कोरोनेशन दरबार स्टेज्ड एट दिल्ली ऑन December 12, 1921। मॉर्ले मिंटो रिफॉर्म्स ना, मॉर्ले मिंटो रिफॉर्म्स नहीं सीगा। मॉन्टेगू कैम्फोर्ड रिफॉर्म्स ये भी नहीं सीगा। रिपोर्ट ऑफ इंडियन कॉन्स्टिट्यूशन रिफॉर्म ये भी नहीं सीगा। जिहड़ी 1911 दे विच कोरोनेशन का दरबार होया सी साडे कोले 1911 च, ते इहदे विच दिल्ली नूं कैपिटल डिक्लेयर किया गया सी इंडिया दे। नाल ही जिहड़ी बंगाल दी पार्टीशन सी ये खत्म कर दी गई सी। बंगाल की पार्टीशन जी सी ये इन्होंने डिक्लेयर करता सी कि पार्टीशन ऑफ बंगाल है जी वो इन्होंने ये जी सी खत्म करती सी। इस तो उपरंत साडे कोले नैक्सट क्वेश्चन असीं पिकअप करिए। क्वेश्चन नंबर 62। एक क्वेश्चन सानू की कहता है
Identify the most important secret societies of the terrorist youth setup. लो जी, सब तो इंपॉर्टेंट जी सी साडे कोले भ्राती समिति एडी इंपॉर्टेंट नहीं है, अनुशीलन इज वन ऑफ द वेरी इंपॉर्टेंट। बाकी देखते हैं इन्हें कंपैरिजन च केड़ी दित्ती है। स्वदेश बंधनवा समिति एंड सहृद समिति, यदा बी आंसर ही है जी, दैट इज द बेस्ट ऑप्शन। बट में read my question. Swadeshi movement was started because the British massacred innocent people at Jallianwala Bagh. Na ji, एक non-cooperation movement हुई सी। The British government did not grant responsible government to India. ये भी नहीं। Lord Curzon divided Bengal. D of deindustrialization in India. दसो जी केड़ा ਇਹਦਾ आंसर है? सर ਜਿਹੜੀ ਫੋਰਨ ਗੁੱਡਸ ਕਰਕੇ ਹੋਈ ਸੀ। नहीं ਜਿਹੜੇ ਨਾ ਮੈਨੂੰ ਲੱਗਦਾ ਤੁਸੀਂ ਇਹਦੇ ਲੈਕਚਰ ਅਟੈਂਡ ਨਹੀਂ ਕੀਤੇ ਤਾਂ ਆਨਸਰ ਬਹੁਤ ਸੌਖਾ ਹੈ ਇਹਦਾ। ਇਹਨੇ ਮਤਲਬ ਬੰਗਾਲ ਦੀ ਡਿਵਾਈਡ ਤੋਂ ਬਾਅਦ ਤਾਂ ਹੋਈ ਸੀਗੀ ਇਹ। ਨਹੀਂ, ਇਹਦੇ ਚ ਕੋਈ ਸਵੈਦੇਸ਼ੀ ਮੂਵਮੈਂਟ ਐਕਚੁਅਲੀ ਜਿਹੜੀ ਸੀ ਇਹ 1905 ਵਾਲੀ ਪਾਰਟੀਸ਼ਨ ਮੂਵਮੈਂਟ ਦਾ ਹੀ ਸਾਈਨੋਨਮ ਨਾ ਹੈ। ਤਾਂ ਲਾਰਡ ਕਰਜ਼ਨ ਜਿਹੜਾ ਸੀਗਾ ਨੇ ਬੰਗਾਲ ਡਿਵਾਈਡ ਕਰਤਾ ਸੀ, ਇਸ ਕਰਕੇ ਸਾਰੀ ਜਿਹੜੀ ਮੂਵਮੈਂਟ ਸੀ ਇਹ ਆਪਣੇ ਕੋਲੇ ਹੋਈ ਹੈ। ਤਾਂ ਹੁਣ ਆਪਾਂ ਅਗਲਾ ਕੁਐਸਚਨ ਪਿਕਅਪ ਕਰਦੇ ਹਾਂ। ਦ ਮੋਡਰੇਟਸ ਡਿਸਾਈਡਡ ਟੂ ਬ੍ਰੇਕ ਅਪ ਵਿਦ ਦ ਐਕਸਟ੍ਰੀਮਿਸਟ। ਮੋਡਰੇਟਸ ਜਿਹੜੇ ਸੀਗੇ ਇਹ ਐਕਸਟ੍ਰੀਮਿਸਟ ਨਾਲੋਂ ਟੁੱਟ ਗਏ। ਮੋਡਰੇਟਸ ਐਕਸਟ੍ਰੀਮਿਸਟ ਨਾਲੋਂ ਟੁੱਟੇ 1906 ਦੇ ਵਿੱਚ, ਤੇ ਉਸ ਤੋਂ ਬਾਅਦ 1907 ਦੇ ਵਿੱਚ, ਸੀ 1914 ਤੇ ਡੀ 1919। ਇਹ ਬੜੀ ਫੇਮਸ ਹੈ ਸਾਡੇ ਕੋਲੇ ਸੂਰਤ ਸਪਲਿਟ। ਇਹਦਾ ਜਿਹੜਾ ਨਾਮ ਹੈ ਨਾ ਸਪਲਿਟ ਦਾ, this is known as ਸੂਰਤ ਸਪਲਿਟ। ਉਹਦੇ ਤੋਂ ਪਹਿਲਾਂ ਕੀ ਸੀਗਾ ਸਾਡੇ ਕੋਲੇ 1906 ਦੇ ਵਿੱਚ ਵੀ ਆਲਮੋਸਟ ਦੇ ਵਰ ਔਨ ਦਾ ਵਰਜ ਆਫ ਸਪਲਿਟ। ਇਸ ਵੇਲੇ ਦਾਦਾ ਭਾਈ ਨਾਰੋ ਜੀ ਜਿਹੜੇ ਸੀਗੇ ਉਹਨਾਂ ਨੂੰ ਪ੍ਰਧਾਨ ਬਣਾਤਾ। ਦਾਦਾ ਭਾਈ ਨਾਰੋ ਜੀ ਜਿਹੜੇ ਸੀਗੇ ਹੀ ਵਾਸ ਦ ਗ੍ਰੈਂਡ 올ਡ ਮੈਨ ਦੇ ਨਾਂ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਸੀਗਾ। ਤੋ ਇਹ ਜਿਹੜੇ ਸੀਗੇ ਗਰਮ ਦਲੀਏ ਤੇ ਨਰਮ ਦਲੀਏ, ਇਹਨਾਂ ਦੋਹਾਂ ਦੇ ਵਿਚਕਾਰ ਇਹ ਜਿਹੜੇ ਇਕੁਅਲੀ ਫੇਮਸ ਸੀਗੇ। तो इस करके ਜਿਹੜਾ ਸੀਗਾ ਉਸ ਵੇਲੇ ਜਿਹੜਾ ਇਹਨਾਂ ਦਾ ਸਪਲਿਟ ਨਹੀਂ ਹੋਇਆ, ਬਚ ਗਿਆ 1906 ਦੇ ਵਿੱਚ। ਫਿਰ 1907 ਦੇ ਵਿੱਚ ਇਹਨਾਂ ਦਾ ਸੂਰਤ ਸਪਲਿਟ ਹੋ ਗਿਆ। ਸੂਰਤ ਦੇ ਵਿੱਚ ਇਹ ਸਪਲਿਟ ਕਰ ਗਏ ਤੇ ਉਹਦੇ ਤੋਂ ਪਹਿਲਾਂ ਇਹਨਾਂ ਦੀ ਸਪਲਿਟ ਜਿਹੜੀ ਬਚੀ ਸੀ ਉਹ ਇੱਕੋ ਹੀ ਰੀਜ਼ਨ ਕਰਕੇ ਬਚੀ ਸੀ ਕਿ 1906 ਦੇ ਵਿੱਚ ਇਹਨਾਂ ਦੇ ਪ੍ਰੈਜ਼ੀਡੈਂਟ ਕੌਣ ਹੋਊਗਾ ਇਹਦੀ ਟਸਲ ਆਪਸ ਦੇ ਵਿੱਚ ਚੱਲ ਪਈ, ਪਰ ਬਾਅਦ ਦੇ ਵਿੱਚ ਉਹਨਾਂ ਦਾ ਦਾਦਾ ਭਾਈ ਨਾਰੋ ਜੀ ਦੇ ਉੱਤੇ ਐਗਰੀਮੈਂਟ ਹੋ ਗਿਆ। तो ਇਸ ਕਰਕੇ ਸਪਲਿਟ ਨਹੀਂ ਹੋ ਸਕੀ। ਤੇ ਇਹ ਫਿਰ ਸੂਰਤ ਦੇ ਵਿੱਚ ਜਿਹੜੀ ਫਾਈਨਲੀ ਸਪਲਿਟ ਹੋਈ ਸੀ ਸਾਡੇ ਕੋਲ, ਇਹਨੂੰ ਸੂਰਤ ਸਪਲਿਟ ਕਹਿ ਦਿੰਦੇ ਆ। 1900 ਬਾਅਦ ਦੇ ਵਿੱਚ ਇਹ 1917 ਦੇ ਰਾਉਂਡ ਜਾ ਕੇ ਇਹਨਾਂ ਦੀ ਜੁਆਇਨਿੰਗ ਹੋਈ ਸੀ, ਆਪਸ ਮਿਲ ਗਏ ਸੀ ਇਹ ਜਦੋਂ ਗਾਂਧੀ ਜੀ ਆਏ ਨੇ, ਤੇ ਜਿਨ੍ਹਾਂ ਦਾ ਬੜਾ ਰੋਲ ਸੀ ਉਹਦੇ 'ਚ। ਦ ਸਪੈਸ਼ਲ ਫੀਚਰ ਆਫ ਆਲ ਇੰਡੀਆ ਕਾਂਗਰਸ ਸੈਸ਼ਨ ਐਟ ਸੂਰਤ। ਇਹਦੇ ਸਪੈਸ਼ਲ ਫੀਚਰ ਜਿਹੜਾ ਸੂਰਤ ਸੈਸ਼ਨ ਸੀਗਾ ਉਹਦੇ ਕੀ ਸਪੈਸ਼ਲ ਫੀਚਰ ਸੀਗੇ? ਦ ਐਕਸਟ੍ਰੀਮਿਸਟ ਐਂਡ ਮੋਡਰੇਟਸ ਕੰਪੀਟਿਡ ਫॉर ਗੈਟਿੰਗ देयर ओन मैन इलेक्टेड एज द प्रेसिडेंट ऑफ द सैशन। ਇਹ ਸੀਗਾ। ਤੇ ਉਸ ਤੋਂ ਬਾਅਦ the moderates attempted to repudiate the resolution at Calcutta session। ਦੂਜਾ ਰੀਜ਼ਨ ਇਹ ਦੱਸਿਆ, session ended in confusion। ਆ ਵੀ ਠੀਕ ਹੈ, ਆ ਵੀ ਠੀਕ ਹੈ ਤੇ ਆ ਵੀ ਠੀਕ ਹੈ। तो वैलिड आंसर ਕੀ ਹੈ? all of these are valid। Next question, which one of the following was the main reason for split between moderates and extremists at the Surat session of INC in 1905 known as Surat split? Which one of the following was the main reason for the split between moderates and extremists at the Surat session of INC 1905 known as Surat split? कहना Surat split होने का main reason की सीगा? इन्हें साढ़े कोले बेसिक ਜਿਹੜਾ ਕੁਐਸਚਨ ਹੈ ਪ੍ਰੀਡੋਮੀਨੈਂਟਲੀ ਉਹ ਸਾਡੇ ਕੋਲੇ ਇਹੀ ਹੈ ਕਿ ਜਿਹੜੀ ਸੂਰਤ ਸਪਲਿਟ ਹੈ ਇਹ ਕਿਉਂ ਹੋਈ ਸੀ ਜਾਂ ਇਹਦੇ ਹੋਣ ਦਾ ਸਾਡੇ ਕੋਲੇ ਰੀਜ਼ਨ ਕੀ ਸੀਗਾ। ਤਾਂ ਮੇਨ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਹ ਆਹ ਹੀ ਹੈ। तो ਇਹਦਾ ਇੱਕ ਰੀਜ਼ਨ ਅਟੈਂਪਟ ਆਫ ਦ ਐਕਸਟ੍ਰੀਮਿਸਟ ਟੂ ਗੈਟ ਬਾਲ ਗੰਗਾਧਰ ਤਿਲਕ ਇਲੈਕਟਡ ਐਜ਼ ਦ ਕਾਂਗਰਸ ਪ੍ਰੈਜ਼ੀਡੈਂਟ, the shift of the Congress venue from Nagpur to Surat,
Bipin Pal's effort for broad-based resolution on boycott to cover boycott of honorary officers as well as foreign goods. ਆਹ ਇੱਕ ਸਾਡੇ ਕੋਲੇ ਜਿਹੜਾ ਨੇ ਰੀਜ਼ਨ ਸਾਨੂੰ ਦੱਸਿਆ। So this is one of the valid reasons. ਵਿਪਨ ਚੰਦਰ ਪਾਲ ਜਿਹੜੇ ਗਰਮ ਦਲੀਏ ਸੀ ਉਹ ਕਹਿੰਦੇ ਸੀ ਕਿ ਤੁਸੀਂ ਮਤਲਬ ਕਿ ਬਾਇਕਾਟ ਵੱਲ ਨੂੰ ਜਾਓ, ਤੇ ਜਿਹੜੇ ਮੋਡਰੇਟ ਸੀ ਉਹ ਕਹਿੰਦੇ ਬਾਇਕਾਟ ਇਜ਼ ਅ ਵੈਰੀ ਐਕਸਟ੍ਰੀਮ ਸਟੈਪ, ਤੇ ਤੁਸੀਂ ਮਤਲਬ ਕਿ ਬਾਇਕਾਟ ਆਫ ਫੋਰਨ ਗੁੱਡਸ ਤੇ ਬਾਇਕਾਟ ਆਫ ਆਨਰਰੀ ਆਫਿਸਸ, ਬਾਇਕਾਟ ਰੈਜ਼ੋਲੂਸ਼ਨ ਦੇ ਉੱਤੇ ਮੋਡਰੇਟ ਜਿਹੜੇ ਸੀਗੇ ਉਹ ਐਗਰੀ ਨਹੀਂ ਕਰਦੇ ਸੀ। ਜਿਹੜੇ ਮੋਡਰੇਟ ਸੀ ਉਹ ਇਹ ਕਹਿੰਦੇ ਸੀ ਇਹ ਠੀਕ ਨਹੀਂ ਹੈ। Next, the Indian national movement came to be dominated by the extremists after Indian national movement ਦੇ ਵਿੱਚ ਦੇਖੋ 1907 ਦੇ ਵਿੱਚ ਜਦੋਂ ਇਹਨਾਂ ਦੀ ਸਪਲਿਟ ਹੋਈ, ਸੂਰਤ ਸਪਲਿਟ, ਉਹਦੇ ਤੋਂ ਲੈ ਕੇ ਜਦੋਂ ਤੱਕ ਇਹ ਲਖਨਊ ਸੈਸ਼ਨ ਦੇ ਵਿੱਚ ਦੁਬਾਰਾ ਇਕੱਠੇ ਨਹੀਂ ਹੋਏ ਉਦੋਂ ਤੱਕ ਇਹਨਾਂ ਦੋਹਾਂ ਹੀ ਨੂੰ ਬੜਾ ਘਾਟਾ ਪਿਆ। ਤੇ ਜਿਹੜੇ ਜਦੋਂ ਇਹਨਾਂ 'ਚ ਡਿਵੀਜ਼ਨ ਹੋ ਗਈ ਤਾਂ ਲਖਨਊ ਸੈਸ਼ਨ 1916 ਦੇ ਵਿੱਚ ਇਹਨਾਂ ਨੇ ਜਾ ਕੇ ਤੇ ਇਹਨਾਂ ਦੀ ਆਪਸ 'ਚ ਜੁਆਇਨਿੰਗ ਹੋਈ 1916 'ਚ। ਇਹ 9 ਸਾਲ ਨੈਸ਼ਨਲ ਮੂਵਮੈਂਟ ਦਬੀ ਰਹੀ, ਇਹ ਆਪਸ ਦੇ ਵਿੱਚ ਡਿਵਾਈਡਡ ਰਹੇ, ਤੇ 1911 ਦੇ ਵਿੱਚ ਤਾਂ ਫਿਰ ਜਦੋਂ ਆਪਾਂ ਨੂੰ ਪਤਾ ਹੀ ਹੈ ਕਿ ਇਹਦੇ ਵਾਲਾ ਜਿਹੜਾ ਇਸ਼ੂ ਹੀ ਖਤਮ ਹੋ ਗਿਆ ਜਦੋਂ ਉਹਨਾਂ ਨੇ ਬੰਗਾਲ ਦੀ ਪਾਰਟੀਸ਼ਨ ਹੀ ਖਤਮ ਕਰਤੀ। ਤੇ ਉਸ ਤੋਂ ਬਾਅਦ ਫਿਰ 1919 ਤੋਂ ਬਾਅਦ ਮਹਾਤਮਾ ਗਾਂਧੀ ਜੀ, ਅਸੀਂ ਉਹਨੂੰ ਐਕਸਟ੍ਰੀਮਿਸਟ ਆਈਡੀਓਲੋਜੀ ਨੂੰ ਉਹਨਾਂ ਨੇ ਅੱਗੇ ਪਿਉਰੀਫਾਈ ਕਰਤਾ, ਗਾਂਧੀਅਨ ਆਈਡੀਓਲੋਜੀ। ਨੈਸ਼ਨਲ ਮੂਵਮੈਂਟ 1919 ਤੋਂ ਬਾਅਦ ਐਕਸਟ੍ਰੀਮਿਸਟ ਨੇ ਡੋਮੀਨੇਟ ਕੀਤੀ, ਉਹ ਪ੍ਰੇਅਰ ਪਟੀਸ਼ਨ ਵਾਲਾ ਕੰਮ ਗਿਆ। Which of the following statement is incorrect regarding extremists? They had deep faith in the strength of masses. They hated foreign rule. ਇਹ ਵੀ ਠੀਕ ਹੈ, ਇਹ ਵੀ ਠੀਕ ਹੋ ਸਕਦਾ ਹੈ। They were convinced that India could progress under the benevolence, guidance and control of English. ਇਹ moderate ਕਹਿੰਦੇ ਸੀ। ਜਿਹੜੇ ਨਰਮ ਦਲੀਏ ਸੀਗੇ ਜਾਂ ਜਿਹੜੇ moderates ਸੀਗੇ ਉਹ ਇਹ ਗੱਲ ਕਹਿ ਦਿੰਦੇ ਸੀ ਕਿ ਇੰਡੀਆ ਜਿਹੜਾ ਅੰਗਰੇਜ਼ਾਂ ਦੇ ਅਧੀਨ ਜ਼ਿਆਦਾ ਤਰੱਕੀ ਕਰੇਗਾ। Next, they pressed for direct political action. तो एक्चुअली ਇਹਦਾ ਆਨਸਰ ਆ ਇਹਦਾ ਜਿਹੜਾ ਸਹੀ ਆਨਸਰ ਹੈ ਸਾਡੇ ਕੋਲੇ ਉਹ ਆਹ ਹੀ ਹੈ। So this is the right answer. 69th. Which of the following was not one of the objectives and methods of extremists in the Congress? Not one of the objectives. Extremists ਦੇ ਕਿਹੜੇ ਇਹਨਾਂ ਦੇ ਵਿੱਚੋਂ objectives, extremists ਦੇ objectives ਨਹੀਂ ਸੀਗੇ। The new leadership sought to create in the people a sense of sacrifice and readiness to suffer for the cause of country. ਇਹ ਜਿਹੜੇ ਸੀਗੇ ਮਿਲੀਟੈਂਟ, ਜਿਹੜੇ ਬਾਅਦ ਜਿਹਨਾਂ ਨੂੰ ਟੈਰਰਿਸਟ ਕਹਿ ਦਿੰਦੇ ਆ, ਉਹਨਾਂ ਦਾ ਸੀ, ਐਕਸਟ੍ਰੀਮਿਸਟ ਦਾ ਨਹੀਂ ਸੀ। ਐਕਸਟ੍ਰੀਮਿਸਟ advocated boycott for foreign goods and use of Swadeshi. ਇਹ ਵੀ ਸੀਗਾ। ਇਹ ਜਿਹੜਾ ਸੀਗਾ ਇਹ ਬੇਸਿਕਲੀ ਤਾਂ ਜਿਵੇਂ ਭਗਤ ਸਿੰਘ ਹੋਰੀ ਸੀਗੇ ਇਹਨਾਂ ਦਾ ਸੀਗਾ, they were ready to sacrifice. ਐਕਸਟ੍ਰੀਮਿਸਟ ਉਦੋਂ ਪੈਦਾ ਹੋਏ ਜਦੋਂ ਨੈਸ਼ਨਲ ਮੂਵਮੈਂਟ ਹੈ ਜਿਹੜੀ ਉਹ ਮਿਡਲ ਕਲਾਸ ਦੇ ਵਿੱਚ ਆ ਗਈ। ਜਦੋਂ ਇਹ ਅਪਰ ਕਲਾਸਿਸ ਦੇ ਵਿੱਚ ਸੀ ਉਦੋਂ ਸੈਕਰੀਫਾਈਸ ਦੀ ਗੱਲ ਨਹੀਂ ਸੀ ਚੱਲ ਰਹੀ। ਇਹ ਨੈਸ਼ਨਲ ਸਕੂਲ ਆਫ ਐਜੂਕੇਸ਼ਨ ਵਾਸ ਲਾਂਚ ਟੂ ਪ੍ਰੋਵਾਈਡ ਆਲਟਰਨੇਟਿਵ to the government controlled university colleges, ਇਹ ਵੀ ਠੀਕ ਹੈ। terrorist and revolutionary methods to turn out the British from India by force or fraud was sought to be justified. ਇਹ ਨਹੀਂ, ਹਾਲਾਂਕਿ ਜਿਹੜਾ ਇਹ ਹੈ ਨਾ ਉਹ ਵੀ ਜਿਹੜਾ ਸੀ ਟੈਰਰਿਸਟ ਉਹ ਰੈਵੋਲੂਸ਼ਨਰੀ ਮੈਥਡ ਸੀਗਾ, ਪਰ ਉਹ ਰੈਵੋਲੂਸ਼ਨਰੀ ਮੈਥਡ ਦੇ ਵਿੱਚ ਨਾ ਗਨ ਦੀ ਫਿਲਾਸਫੀ ਨਹੀਂ ਆਉਂਦੀ ਜਾਂ ਫੋਰਸ ਦੀ ਫਿਲਾਸਫੀ ਨਹੀਂ ਆਉਂਦੀ। मैं पढ़ना एक दोबारा द न्यू लीडरशिप sought to create in people a sense of sacrifice and readiness to suffer for the cause of country. ਇਹ एक्सट्रीमिस्ट ਦਾ व्यू ਸੀਗਾ, रेवोल्यूशनरीज ਦਾ फोर्स ਦੀ ਗੱਲ ਕਰਦੇ ਸੀ, रेवोल्यूशनरी। इंडियन नेशनल मूवमेंट was influenced by in the earliest 20th century ਦੇ ਸ਼ੁਰੂ ਦੇ ਵਿੱਚ ਕਿਹਨੇ ਇੰਡੀਅਨ ਨੈਸ਼ਨਲ ਮੂਵਮੈਂਟ ਨੂੰ ਇਨਫਲੂਐਂਸ ਕੀਤਾ। अर्ली 20th century ਇਹਦੇ ਵਿੱਚ ਬੋਰ ਵਾਰ ਇਹਨੇ ਨਹੀਂ ਕੀਤਾ।
ਰਸ਼ੀਅਨ ਰੈਵੋਲੂਸ਼ਨ ਵਰਲਡ ਵਾਰ 2 ਵੇਲੇ ਰਸ਼ੀਅਨ ਰੈਵੋਲੂਸ਼ਨ ਹੋਈ ਸੀ ਇੰਡੀਆ ਦਾ ਹਾਲੇ ਇਹਦੇ ਵੱਲ ਇੰਨਾ ਧਿਆਨ ਨਹੀਂ ਜਾਊਗਾ 1925 ਤੋਂ ਬਾਅਦ ਕਾਮਰੇਡਾਂ ਦਾ ਜਦੋਂ ਕਮਿਊਨਿਜ਼ਮ ਡਿਵੈਲਪ ਹੋਊਗਾ ਟ੍ਰੇਡ ਯੂਨੀਅਨ ਮੂਵਮੈਂਟਸ ਡਿਵੈਲਪ ਹੋਣਗੀਆਂ ਉਹਦੇ ਅਸੀਂ ਰਸ਼ੀਆ ਦਾ ਇਫੈਕਟ ਉਦੋਂ ਇਹਦੇ ਤੇ ਕਹਿ ਸਕਦੇ ਹਾਂ ਰਸ਼ੀਅਨ ਜੈਪਨੀਜ਼ ਵਾਰ ਦਾ ਇਫੈਕਟ ਸੀਗਾ ਰਸ਼ੀਅਨ ਜੈਪਨੀਜ਼ ਵਾਰ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਜਾਪਾਨ ਸੀਗਾ ਜਾਪਾਨ ਡਿਫੀਟਡ ਰਸ਼ੀਆ ਜਾਪਾਨ ਨੇ ਰਸ਼ੀਆ ਨੂੰ ਡਿਫੀਟ ਕਰਤਾ ਜਿਹੜਾ ਜਾਪਾਨ ਨੇ ਰਸ਼ੀਆ ਨੂੰ ਡਿਫੀਟ ਕੀਤਾ ਇਹਦਾ ਮਤਲਬ ਇਹ ਆਇਆ ਕਿ ਜਿਹੜਾ ਨਾ ਇਨਵਿੰਸਿਬਿਲਿਟੀ ਆਫ ਯੂਰੋਪੀਅਨ ਸੀ ਦੈਟ ਵਾਸ ਚੈਲੰਜਡ ਕਿ ਯੂਰੋਪੀਅਨ ਹਰਾਏ ਜਾ ਸਕਦੇ ਵਰਲਡ ਵਾਰ 2 ਦਾ ਇੰਡੀਆ ਦੇ ਉੱਤੇ ਨੈਸ਼ਨਲ ਮੂਵਮੈਂਟ ਦੇ ਉੱਤੇ ਇਫੈਕਟ ਤਾਂ ਹੋਇਆ ਅਰਲੀ 20th ਸੈਂਚੁਰੀ ਨੂੰ ਅਸੀਂ ਇਹਨੂੰ ਥੋੜਾ ਜਿਹਾ ਲੇਟ ਮੰਨ ਲੈਂਦੇ ਆ ਅਰਲੀ ਅਸੀਂ 1910 1915 1910 ਤੱਕ ਹੀ ਪਹਿਲੇ 10 ਸਾਲ ਲਵਾਂਗੇ 25 ਸਾਲ ਜੇ ਲੈਂਦੇ ਆ ਤਾਂ ਫਿਰ ਆਊਟਬ੍ਰੇਕ ਆਫ ਵਰਲਡ ਵਾਰ ਵੀ ਵਿੱਚ ਆਉਣਾ ਚਾਹੀਦਾ ਹੈ ਰਸ਼ੀਅਨ ਜੈਪਨੀਜ਼ ਵਾਰ ਤੇ ਆਊਟਬ੍ਰੇਕ ਆਫ ਵਰਲਡ ਵਾਰ ਪਰ ਦੇਖੋ ਆਹ ਜਿਹੜਾ ਹੈਗਾ ਅਰਲੀ ਥੋੜੀ ਜਿਹੀ ਟਰਮ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਸੀ ਇਜ਼ ਦ ਬੈਸਟ ਆਪਸ਼ਨ 71st why did the Europeans in India start a vigorous movement for repeal of Ilbert Act ਜਿਹੜਾ ਇਲਬਰਟ ਐਕਟ ਇਹ ਸੀਗਾ ਇਹ ਲਾਰਡ ਰਿਪਨ ਦੇ ਵੇਲੇ ਆਇਆ ਸੀ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਏਸ਼ੀਅਨ ਜੱਜਸ ਨੇ ਜਿਹੜੇ ਉਹ ਟਰਾਈ ਕਰ ਸਕਦੇ ਨੇ ਟ੍ਰਾਇਲ ਤੇ ਲੈ ਸਕਦੇ ਨੇ ਅੰਗਰੇਜ਼ਾਂ ਨੂੰ ਗੋਰਿਆਂ ਨੂੰ ਮਤਲਬ ਕਿ ਬਲੈਕਸ ਕੈਨ ਟਰਾਈ ਵਾਈਟਸ ਬਲੈਕ ਜੱਜਸ ਕੈਨ ਟਰਾਈ ਵਾਈਟਸ ਇਹਦੇ ਖਿਲਾਫ ਬੜੀ ਐਜੀਟੇਸ਼ਨ ਹੋ ਗਈ ਸੀ ਤੋ ਇਹ ਕੀ ਸੀਗਾ why did the Europeans in India start a vigorous movement for repeal of Ilbert Act ਤੋ Ilbert Act ਦੀ ਰਿਪੀਲ ਦੇ ਲਈ ਇਹ ਮੂਵਮੈਂਟ ਕਿਉਂ ਸਟਾਰਟ ਹੋਈ ਲਾਰਡ ਰਿਪਨ ਜਿਹੜੇ ਸੀਗੇ 1880 ਤੋਂ 1884 ਤੱਕ ਗਵਰਨਰ ਰਹੇ ਨੇ ਗਵਰਨਰ ਵਾਇਸਰਾਏ ਗਵਰਨਰ ਜਨਰਲ ਇਹ ਕੀ ਸੀਗਾ ਸੀਆਰਪੀਸੀ ਦੇ ਵਿੱਚ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ 1873 ਦੇ ਵਿੱਚ ਇੱਕ ਅਮੈਂਡਮੈਂਟ ਕਰਤੀ ਉਹ ਅਮੈਂਡਮੈਂਟ ਇਹ ਸੀ ਕਿ ਜਿਹੜੇ ਯੂਰਪੀਅਨ ਸੀਗੇ ਇੰਡੀਅਨ ਜੱਜਸ ਵਰ ਆਥੋਰਾਈਜ਼ਡ ਟੂ ਹੀਅਰ ਦ ਕੇਸਸ ਆਫ ਯੂਰਪੀਅਨਸ ਅੰਗਰੇਜ਼ ਦੇ ਖਿਲਾਫ ਹੋ ਗਏ So, Lordji, why did the European in India start a vigorous movement? They wanted to be exempted from jurisdiction of Indian judges and magistrate. यही आंसर मैं पहला बोल चुका हूं एक देख लिया ऑल ऑफ वर्क ने क्यों लिखा फॉर मोनोपोलाइजिंग हायर जुडिशियल पोस्ट बाय यूरोपियंस नो नॉट एट ऑल अगला क्वेश्चन हु वाज द मोस्ट आउटस्टैंडिंग रिप्रेजेंटेटिव ऑफ मिलिटेंट नेशनलिस्ट स्कूल दा सब तो आउटस्टैंडिंग रिप्रेजेंटेटिव देखो बाल गंगाधर तिलक सीगा ते आ भी मिलिटेंट सीगा लाला लाजपत राय ते बिपिन चंद्र पाल ओही है जिहड़ा कहंदा सी कि बॉयकॉट नूं तुसीं साडे प्रोग्राम दे विच इनक्लूड करो बिपिन चंद्र पाल लाला लाजपत राय आपां जाणदे हां शेरे पंजाब दे नाल जाणे जांदे ने नेम द मिलिटेंट नेशनलिस्ट हु हैड ए लीडिंग रोल इन प्रोपेगेटिंग स्वदेशी सेंटिमेंट टू द रेस्ट ऑफ द कंट्री जिहड़ी स्वदेशी मूवमेंट है इहदे विच ਔਰਬਿੰਦੋ ਘੋਸ਼ ਦਾ ਬੰਗਾਲ ਤੱਕ ਹੀ ਸੀਮਤ ਰਹੇ ਸੀ ਬਾਅਦ ਦੇ ਵਿੱਚ ਪੌਂਡੀਚੇਰੀ ਦੇ ਵਿੱਚ ਜਾ ਕੇ ਇਹਨਾਂ ਨੇ ਆਸ਼ਰਮ ਬਣਾ ਲਿਆ ਸੀ ਇਹਨਾਂ ਦੀ ਫਿਲਾਸਫੀ ਦੇ ਉੱਤੇ ਬੁੱਕਸ ਨੇ ਬਹੁਤ ਵਧੀਆ ਲਾਲਾ ਲਾਜਪਤ ਰਾਏ ਪੰਜਾਬ ਤੱਕ ਸੀਮਤ ਸੀ ਬਾਲ ਗੰਗਾਧਰ ਤਿਲਕ what was the charge against Bal Gangadhar Tilak when he was sentenced to 6 years of transportation ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਸੀਗਾ 6 ਸਾਲ ਦੇ ਲਈ 1908 ਦੇ ਵਿੱਚ For being a chief exponent of cult of extremism ना कोई ये तो नहीं है जनरल स्टेटमेंट है for inciting violence during Surat session no not at all बिल्कुल for seditious writing in केसरी मराठी च सीगा इन्हां दा मरहट्टा अंग्रेजी भाषा च सीगा ਜਿਹੜਾ ਇਹ ਸੀਗਾ ਇਹਦੇ ਚ ਇਹਨਾਂ ਨੂੰ ਪਹਿਲਾਂ ਇਹਨਾਂ ਨੇ 1899 ਦੇ ਲੌਂਗ ਰਾਉਂਡ ਇਹਨਾਂ ਨੂੰ ਸਜ਼ਾ ਇਹਦੇ ਚ ਹੋ ਚੁੱਕੀ ਸੀ ਇਹਦੇ ਵਿੱਚ ਜਿਹੜਾ ਮਰਡਰ ਦੇ ਲਈ ਸਜ਼ਾ ਨਹੀਂ ਸੀ ਹੋਈ ਇੰਸਟਰੂਮੈਂਟਲ ਨਹੀਂ ਨਾ ਚੇਪਕਰ ਬ੍ਰਦਰਸ ਦੀ ਟ੍ਰਾਇਲ ਦੇ ਖਿਲਾਫ ਵੀ ਬਿਨਾਂ ਟ੍ਰਾਇਲ ਤੋਂ ਇਹਨਾਂ ਨੂੰ ਇਸ ਤਰ੍ਹਾਂ ਕਰਤਾ ਉਹਦੇ ਖਿਲਾਫ ਇਹਨੇ ਅਖਬਾਰ 'ਚ ਲਿਖਿਆ ਸੀ ਉਹਦੇ ਕਰਕੇ ਸਜ਼ਾ ਹੋਈ ਸੀ 75th question Parliamentary reform which were passed in 1909 established a constitution making body enlarged the central and provincial legislative council पहला तो गलत है made executive council of governor general purely English in composition enlarged the central and provincial legislative council decreased the number of provincial and ਇਹ ਵੀ ਗਲਤ ਹੈ ਅੰਗਰੇਜ਼ ਕਰਦੇ ਹੀ ਇਹ ਸੀਗੇ
ਜਦੋਂ ਮੋਡਰੇਟ ਨੂੰ ਸੈਟੀਸਫਾਈ ਕਰਨ ਦੇ ਲਈ ਕਹਿ ਦਿੰਦੇ ਸੀ ਜੀ ਇਹਨਾਂ ਦਾ ਸਾਈਜ਼ ਵਧਾ ਦਿਓ ਜੀ, ਲੈਜਿਸਲੇਟਿਵ ਕਾਉਂਸਲਾਂ ਦਾ ਇੰਡੀਅਨ ਰਿਪਰੈਜ਼ੈਂਟੇਸ਼ਨ ਜ਼ਿਆਦਾ ਦੇ ਦਿਓ, ਡਾਇਰੈਕਟ ਰਿਪਰੈਜ਼ੈਂਟੇਸ਼ਨ ਜ਼ਿਆਦਾ ਦੇ ਦਿਓ, ਇਸ ਤਰ੍ਹਾਂ ਦੇ ਕੰਮ ਅੰਗਰੇਜ਼ ਕਰਦੇ ਸੀਗੇ। ਅਗਲਾ, ਦ ਸਿਸਟਮ ਆਫ ਸੈਪਰੇਟ ਇਲੈਕਟੋਰੇਟਸ ਵਾਸ ਇੰਟਰੋਡਿਊਸਡ ਬਾਈ ਦ ਐਕਟ ਆਫ, ਮੁਸਲਮਾਨਾਂ ਦੇ ਲਈ ਸੈਪਰੇਟ ਇਲੈਕਟੋਰੇਟਸ ਜਿਹੜੇ ਸੀਗੇ ਮਾਰਲੇ ਮਿੰਟੋ ਰਿਫਾਰਮ ਨੇ 1909 ਚ ਐਕਸਟੈਂਡ ਕਰਤੇ ਸੀ। ਸਿੱਖਾਂ ਨੇ ਵੀ ਕਲੇਮ ਕੀਤੇ ਸੀ ਸੈਪਰੇਟ ਇਲੈਕਟੋਰੇਟਸ, ਉਦੋਂ ਸਿੱਖਾਂ ਨੂੰ ਸੈਪਰੇਟ ਇਲੈਕਟੋਰੇਟਸ 1919 ਚ ਜਾ ਕੇ ਮਿਲਿਆ। ਦ ਨੈਸ਼ਨਲਿਸਟ ਲੀਡਰ ਇਨਕਲੂਡਿੰਗ ਤਿਲਕ, ਇਹ ਕੀ ਸਪੋਰਟ ਕਰਦੇ ਸੀ? ਦ ਵਾਰ ਐਫਰਟ ਆਫ ਦ ਗਵਰਨਮੈਂਟ, ਅੰਗਰੇਜ਼ ਜਦੋਂ ਵਰਲਡ ਵਾਰ ਦੇ ਵਿੱਚ ਇਨਵੋਲਵ ਹੋਏ ਤਾਂ ਇਹਨਾਂ ਸਾਰੇ ਲੀਡਰਾਂ ਨੇ ਵਾਰ ਐਫਰਟ ਨੂੰ ਸਪੋਰਟ ਕੀਤਾ। ਕੌਣ ਸੀ ਇਹਨਾਂ ਦੇ ਵਿੱਚ? ਆਊਟ ਆਫ ਸੈਂਸ ਆਫ ਲਾਇਲਟੀ? ਨੋ, ਨਾਟ ਐਟ ਆਲ। ਬਿਕॉज ਆਫ देयर ਸਿੰਪਥੀ ਵਿਦ ਦ ਬ੍ਰਿਟਿਸ਼ ਕਾਜ਼? ਨੋ, ਇਹ ਵੀ ਨਹੀਂ ਰੀਜ਼ਨ ਸੀਗਾ। ਐਜ਼ ਦੇ ਹੇਟਡ ਜਰਮਨਸ? ਇਹ ਵੀ ਨਹੀਂ ਸੀਗਾ। ਇਨ ਦ ਬਿਲੀਫ ਦੈਟ ਦ ਗ੍ਰੇਟਫੁਲ ਬ੍ਰਿਟੇਨ ਵੁੱਡ ਰੀਪੇ ਇੰਡੀਆਜ਼ ਲਾਇਲਟੀ ਵਿਦ ਗ੍ਰੈਟੀਟਿਊਡ, ਕਿ ਇੰਡੀਆ ਨੂੰ ਆਜ਼ਾਦ ਹੀ ਕਰਦੇ ਕੀ ਪਤਾ ਲੱਗਾ। D is the answer. The movement in India, which became popular during First World War, Swadeshi te boycott ਪਹਿਲਾਂ ਸੀ, separatist movement no, ਸਵੈਰਾਜਿਸਟ ਪਾਰਟੀ ਮੂਵਮੈਂਟ ਇਹ ਨਾਨ ਕੋਆਪਰੇਸ਼ਨ ਮੂਵਮੈਂਟ ਤੋਂ ਬਾਅਦ ਹੋਈ ਸੀ। ਹੋਮ ਰੂਲ ਮੂਵਮੈਂਟ ਦੋ ਸੀਗੀਆਂ, ਬਾਲ ਗੰਗਾਧਰ ਤਿਲਕ ਤੇ ਐਨੀ ਬਿਸੈਂਟ, ਇਹਨਾਂ ਨੇ ਚਲਾਈਆਂ ਸੀਗੀਆਂ। ਦੋਵੇਂ ਮੂਵਮੈਂਟਸ ਬੰਦੀਆਂ ਨੇ ਸਾਡੇ ਕੋਲੇ। Next question, the Home Rule movement was launched in 1915-16 by Annie Besant and Bal Gangadhar Tilak। Bal Gangadhar Tilak ਪੂਨੇ ਸੀਗਾ, ਇਹ ਮਦਰਾਸ ਦੇ ਨੇੜੇ ਆਧਾ ਯਾਰ ਨਾਂ ਦੀ ਥਾਂ ਸੀ। ਐਨੀ ਬਿਸੈਂਟ ਨੇ ਉੱਥੇ ਹੋਮ ਰੂਲ ਮੂਵਮੈਂਟ ਸਟਾਰਟ ਕੀਤੀ ਸੀ ਤੇ ਐਨੀ ਬਿਸੈਂਟ ਨੇ ਜਿਹੜਾ ਸੀ 1916 ਦੇ ਵਿੱਚ ਤਿਲਕ ਤੇ ਐਨੀ ਬਿਸੈਂਟ ਨੇ ਇਹਨਾਂ ਨੇ ਰੋਲ ਪਲੇ ਕੀਤਾ ਸੀ ਮੋਡਰੇਟ ਤੇ ਐਕਸਟ੍ਰੀਮਿਸਟ ਨੂੰ ਇਕੱਠੇ ਕਰਨ ਚ। ਤੇ ਉਸ ਸਮੇਂ ਤੱਕ ਉੱਥੇ ਜਿਹੜਾ ਸਾਡੇ ਕੋਲ ਸੀਗਾ, ਇਹਦੀ ਡੈਥ ਹੋ ਗਈ ਸੀ ਆਪਣੀ ਦੀ, ਜਿਹੜਾ ਗੋਪਾਲ ਕ੍ਰਿਸ਼ਨ ਗੋਖਲੇ ਸੀਗਾ, ਇਹ ਇੱਕ ਬੜਾ ਨਾ ਹੌਟ ਹੈਡਡ ਤੇ ਸਟਰੋਂਗ ਮਾਈਂਡਡ ਬੰਦਾ ਸੀਗਾ ਜਿਹੜਾ ਕਿ ਐਕਸਟ੍ਰੀਮਿਜ਼ਮ ਦੇ ਖਿਲਾਫ ਸੀਗਾ, ਉਹਦਾ ਮੇਨ ਓਪੋਨੈਂਟ ਸੀਗਾ। ਤੇ ਜਦੋਂ ਫਿਰ ਸਾਡੇ ਕੋਲੇ ਕੀ ਹੋਇਆ, ਇਹਦੀ ਡੈਥ ਹੀ ਹੋ ਗਈ ਗੋਪਾਲ ਕ੍ਰਿਸ਼ਨ ਗੋਖਲੇ ਦੀ, ਤੇ ਉਹ ਫਿਰ ਇਹਨਾਂ ਦੀ ਜਿਹੜੀ ਯੂਨੀਫਿਕੇਸ਼ਨ ਲਈ ਤਿਲਕ ਤੇ ਐਨੀ ਬਿਸੈਂਟ ਨੇ ਬੜੀ ਐਫਰਟ ਕੀਤੀ। 15-16 ਦੇ ਵਿੱਚ ਇਹਨਾਂ ਨੇ ਮੂਵਮੈਂਟ ਸਟਾਰਟ ਕੀਤੀ ਤੇ ਜਿਹੜਾ ਸਾਡੇ ਕੋਲੇ ਬਾਲ ਗੰਗਾਧਰ ਤਿਲਕ ਸੀਗਾ, ਇਹਨੇ ਮੂਵਮੈਂਟ ਸਟਾਰਟ ਕੀਤੀ ਪੂਨਾ ਤੋਂ। ਪੂਨਾ ਤੇ ਜਿਹੜੀ ਸਾਡੇ ਕੋਲੇ ਸੀ ਐਨੀ ਬਿਸੈਂਟ, ਇਹਨਾਂ ਦੇ ਨਾਲ ਸੁਬਰਾਮਨੀਅਮ ਅਈਅਰ ਸੀਗੇ, ਇਹਨਾਂ ਨੇ ਵੀ ਲੀਗ ਫਾਰਮ ਕੀਤੀ। ਤਾਂ ਇਹਨਾਂ ਨੇ ਮਦਰਾਸ ਦੇ ਨੇੜੇ ਇੱਕ ਆਧਾ ਯਾਰ ਨਾਂ ਦੀ ਪਲੇਸ ਹੈ, ਇਸ ਤਰ੍ਹਾਂ ਦੀ ਪਲੇਸ ਹੈ, ਉਸ ਪਲੇਸ ਤੋਂ ਇਹਨਾਂ ਨੇ ਜਿਹੜੀ ਸੀ ਇਹ ਮੂਵਮੈਂਟ ਸਟਾਰਟ ਕੀਤੀ। ਹੋਮ ਰੂਲ ਮੂਵਮੈਂਟ ਸਟੂਡ ਫਾਰ ਕੰਪਲੀਟ ਇੰਡੀਪੈਂਡੈਂਸ ਆਫ ਇੰਡੀਆ, ਇਹ ਤਾਂ ਭੁੱਲ ਜਾਓ। ਇੰਟਰੋਡਕਸ਼ਨ ਆਫ ਅਡਲਟ ਫਰੈਂਚਾਈਜ਼ੀ, ਇਹ ਵੀ ਭੁੱਲ ਜਾਓ। ਸੈਲਫ ਗਵਰਨਮੈਂਟ ਫਾਰ ਇੰਡੀਆ। Which one of the following is not correct regarding the Lucknow Pact? It marked an important step towards Hindu-Muslim unity. ਇਹ ਆਪਾਂ ਕਹਿ ਸਕਦੇ ਹਾਂ। It left the way open for future insurgence of communalism. ਕਮਿਊਨਲਿਜ਼ਮ ਇਹਦੇ ਕਿਉਂਕਿ ਫਿਊਚਰ ਕਮਿਊਨਲਿਜ਼ਮ ਨੂੰ ਤਾਂ ਇਹਨੇ ਕੋਈ ਰੋਕਣ ਬਾਰੇ ਕੋਈ ਇਹਦੇ ਚ ਗੱਲ ਹੀ ਨਹੀਂ ਸੀ ਹੋਈ। ਜੇ ਆਪਾਂ ਇਸ ਪੁਆਇੰਟ ਤੇ ਆਈਏ, an important role in bringing the Congress and League together was played by Lokmanya Tilak. The two organizations passed the same resolution for political reforms on joint electorates 81. Not correct ਪੁੱਛਿਆ, ਉਹਦਾ ਫਿਰ ਆਹੀ ਆ। Next, 82nd question. Madan Lal Dhingra, an Indian nationalist, was executed by the British in 1909 on the charges of shooting dead Karjan Wiley, a political ADC at India House, London. Next ਸਾਡੇ ਕੋਲੇ 83rd question। तो ये भी मैं ਤੁਹਾਨੂੰ ਦੱਸਦਾ, ਇਹਨੂੰ ਵਿਚਾਰੇ ਨੂੰ, ਜਿਵੇਂ ਸੀ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ ਮਦਨ ਲਾਲ ਢੀਂਗਰਾ,
ਆਮ ਤੌਰ ਦੇ ਉੱਤੇ ਜਿਹੜੇ ਕਤਲ ਕੁਤਲ ਕਰਨ ਦਾ ਕੰਮ ਹੈ ਨਾ, ਇਹ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਦੇ ਜਿਹੜੇ ਮਤਲਬ ਕਿ ਫੈਮਲੀਆਂ ਦੇ ਬੱਚੇ ਕਰਦੇ ਨੇ। ਤੋ ਇੱਕ ਬੜੀ ਨਾ ਰੇਅਰ ਐਗਜ਼ਾਮਪਲ ਸੀਗੀ ਕਿ ਹੀ ਵਾਸ ਫਰਮ ਐਨ ਇੰਡਸਟਰੀਅਲਿਸਟ ਫੈਮਿਲੀ ਵਿਚ ਬਿਲੋਂਗ ਟੂ ਅੰਮ੍ਰਿਤਸਰ। ਤੋ ਇਹ 1905 ਦੇ ਵਿੱਚ ਉੱਥੇ ਗਿਆ ਤੇ ਉੱਥੇ ਕ੍ਰਿਸ਼ਨਾ ਵਰਮਾ ਸੀਗਾ ਜਿਹੜਾ ਨੇ ਹੋਮ ਰੂਲ ਸੁਸਾਇਟੀ ਬਣਾ ਰੱਖੀ ਸੀ। ਉੱਥੇ ਕਿਤੇ ਜਾਣ ਜੋਣ ਲੱਗਿਆ। ਇੰਡੀਅਨ ਸੋਸ਼ੀਓਲੋਜਿਸਟ ਇੱਕ ਇਹਨਾਂ ਨੇ ਪਬਲੀਕੇਸ਼ਨ ਕੱਢੀ ਤੇ ਉਸ ਵੇਲੇ ਇੰਡੀਅਨ ਰੈਵੋਲੂਸ਼ਨਰੀ ਸੀਗੇ, ਇੱਕ ਮੇਨ ਰੈਵੋਲੂਸ਼ਨਰੀ ਸੀਗੇ ਵੀ.ਡੀ. ਸਵਾਰਕਾਰ। ਇਹ ਬੀਜੇਪੀ ਅੱਜ ਕੱਲ ਜਿਹੜੀ ਬੀਜੇਪੀ ਆ ਉਹਨੂੰ ਬੜਾ ਚੱਕਦੀ ਹੈ ਕਿ ਬੜਾ ਵੱਡਾ ਦੇਸ਼ ਭਗਤ ਸੀ, ਪਰ ਇਹ ਮਾਫੀ ਮੰਗਿਆ ਸੀ ਅੰਗਰੇਜ਼ਾਂ ਤੋਂ। ਬੀਜੇਪੀ ਇਹਦਾ ਰੀਜ਼ਨ ਇਹ ਦੱਸਦੀ ਹੈ ਕਿ ਇਹ ਕਾਲੇ ਪਾਣੀ ਤੋਂ ਆ ਕੇ ਤੇ ਦੁਬਾਰਾ ਪਾਰਟਿਸਿਪੇਟ ਕਰਨਾ ਚਾਹੁੰਦਾ ਸੀ ਨੈਸ਼ਨਲ ਮੂਵਮੈਂਟਸ, ਪਰ ਇਹਦੀ ਕੋਈ ਐਡੀ ਖਾਸ ਐਕਟੀਵਿਟੀ ਨਹੀਂ ਸੀ। ਹਿੰਦੂ ਰਿਲੀਜਨ ਬਾਅਦ ਜ਼ਿਆਦਾ ਓਰੀਐਂਟ ਕਰ ਗਿਆ ਸੀ। ਤੋ ਇਹ ਦੋ ਬੰਦੇ ਸੀ ਰੈਵੋਲੂਸ਼ਨਰੀਜ਼। ਇਹਨਾਂ ਦੇ ਇੰਪ੍ਰੈਸ਼ਨ ਥੱਲੇ ਆ ਕੇ ਹਰਦਿਆਲ ਜਿਹੜਾ ਸੀਗਾ, ਹਰਦਿਆਲ ਤੇ ਵੀ.ਡੀ. ਸਵਾਰਕਰ, ਮਦਨ ਲਾਲ ਢੀਂਗਰੇ ਨੇ ਕਰਜ਼ਨ ਬਾਈ ਲਈ ਮਾਰਤਾ ਸੀ। ਇੱਕ ਆ ਹੋਰ ਹੈ, ਇਹ ਵੀ ਜੋ ਰਾਈਟਿਸਟ ਥਾਟ ਹੈ ਇੰਡੀਆ 'ਚ, ਹਿੰਦੂਤਵਵਾਦੀ ਥਾਟ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸੋਚ ਹੈ। ਵੀ.ਡੀ. ਸਵਾਰਕਰ ਤੇ ਸ਼ਿਆਮਾ ਜੀ ਕ੍ਰਿਸ਼ਨਾ ਵਰਮਾ, ਇਹ ਬੜੇ ਉਹਨਾਂ ਦੇ ਮੇਨ ਥਿੰਕਰ ਨੇ। was one of the earliest and most ardent revolutionary outside India, which one of the following revolutionary societies was founded by him? ਇੱਕ ਤਾਂ ਇੰਡੀਆ ਹਾਊਸ ਸੀ, ਹਿਮ ਇਨ ਲੰਡਨ ਦੇ ਵਿੱਚ ਉਹਨਾਂ ਨੇ ਇੰਡੀਆ ਹਾਊਸ ਉਹਦਾ ਪਪੂਲਰ ਨਾਮ ਸੀਗਾ। ਇਸ ਸੰਸਥਾ ਦਾ ਪਪੂਲਰ ਨਾਮ ਜਿਹੜਾ ਸੀਗਾ ਉਹ ਇੰਡੀਆ ਹਾਊਸ ਸੀ, ਪਰ ਇਹਦਾ ਟੈਕਨੀਕਲ ਨੇਮ ਜਿਹੜਾ ਸੀਗਾ ਸਾਡੇ ਕੋਲੇ ਉਹ ਇੰਡੀਅਨ ਹੋਮ ਰੂਲ ਸੁਸਾਇਟੀ ਸੀ। ਇੱਕ ਹੋਮ ਰੂਲ ਮੂਵਮੈਂਟ ਜਿਹੜੀ ਆਪਾਂ ਐਨੀ ਬਿਸੈਂਟ ਵਾਲੀ ਹੁਣੀ ਆਪਾਂ ਡਿਸਕਸ਼ਨ ਚ ਲਿਆ ਰਹੇ ਸੀਗੇ, ਇੱਕ ਤਾਂ ਸਾਡੇ ਕੋਲ ਉਹ ਸੀ। ਇੱਕ ਜਿਹੜੀ 1905 ਦੇ ਵਿੱਚ ਹੋਰ ਇਹਦੀ ਆਪਸ਼ਨ ਦੇਖੋ, ਮੈਂ ਜਿੱਥੇ ਕਨਵਿੰਸ ਨਹੀਂ। ਹੋਮ ਰੂਲ ਸੁਸਾਇਟੀ, ਇੰਟਰਨੈਸ਼ਨਲ ਸੋਸ਼ਿयोलॉजी नहीं, इंडियन सोशियोलॉजी, ये भी गलत है। होम रूल सोसाइटी तो है नहीं, इंडियन होम रूल सोसाइटी है। तो यही ऑप्शन है जी, लंडन सी, इट वाज इन लंडन। ਇਹਨੂੰ ਨਾ ਹੋਮ ਰੂਲ ਸੁਸਾਇਟੀ ਜਾਂ ਲੀਗ ਜਿਹੜੀ ਐਨੀ ਬਿਸੈਂਟ ਜਾਂ ਸਾਡੇ ਜਿਹੜੇ ਸੀਗੇ ਬਾਲ ਗੰਗਾਧਰ ਤਰੀਕੇ ਨੇ ਬਣਾਈ ਹੈ, ਉਹਦੇ ਨਾਲ ਤੁਸੀਂ ਕਨਫਿਊਜ਼